ਜੁਡੀਸ਼ਰੀ ਦੇ ਵਿੱਚ ਸਾਡਾ ਸਾਰੀ ਜੁਡੀਸ਼ਰੀ ਤੋਂ ਭਰੋਸਾ ਉੱਠ ਚੁੱਕਿਆ। ਸਿਰਫ ਇੱਕ ਬੰਦੇ ਤੇ ਸਾਨੂੰ ਭਰੋਸਾ ਹੈ, ਉਹ ਸਾਡੇ ਚੀਫ ਜਸਟਿਸ ਨੇ ਚੰਦਰਚੂੜ ਜੀ। ਬੱਚੇ किस मुद्दे पे लेके आज ਜਿਹੜੀ ਪ੍ਰੈਸ ਕਾਨਫਰੰਸ ਕਰ ਰਹੇ ਹੋ, ਕੀ ਕਹਿਣਾ ਚਾਹੋਗੇ? ਦੇਖੋ ਸਰ, ਮੁੱਦਾ ਉਹੀ ਹੈ ਕਿ ਪਿਛਲੇ 11 ਸਾਲਾਂ ਤੋਂ ਕੋਰਟਸ ਦੇ ਵਿੱਚ ਸਾਡੀ ਸੁਣਵਾਈ ਨਹੀਂ ਹੋ ਰਹੀ, ਨਾ ਹੀ ਸੁਪਰੀਮ ਕੋਰਟ ਦੇ ਵਿੱਚ ਹੋ ਰਹੀ ਹੈ, ਨਾ ਹੀ ਹਾਈ ਕੋਰਟ ਦੇ ਵਿੱਚ ਹੋ ਰਹੀ ਹੈ। 11 ਸਾਲ ਪਹਿਲਾਂ ਇੱਕ ਪਟੀਸ਼ਨ ਫਾਈਲ ਹੋਈ ਸੀ ਕਿ ਜੋ ਜੁਡੀਸ਼ਰੀ ਦੇ ਐਗਜ਼ਾਮ ਦੇ ਵਿੱਚ ਮੇਨਸ ਦੇ ਕੁਆਲੀਫਾਈਂਗ ਮਾਰਕਸ 50% ਰੱਖੇ ਹੋਏ ਨੇ, ਉਹਨਾਂ ਨੂੰ 45% ਕੀਤਾ ਜਾਵੇ ਔਰ ਇੰਟਰਵਿਊਜ਼ ਦੇ ਵਿੱਚ CCTV ਕੈਮਰਾਜ਼ ਲਗਾਏ ਜਾਣ। ਇਹ ਪਟੀਸ਼ਨ 11 ਸਾਲ ਪਹਿਲਾਂ ਸੁਪਰੀਮ ਕੋਰਟ ਦੇ ਵਿੱਚ ਫਾਈਲ ਹੋਈ ਸੀ ਮੁਕੇਸ਼ ਦੇ ਨਾਮ ਤੋਂ। ਤਾਂ 11 ਸਾਲ ਤੋਂ ਇਹ ਪਟੀਸ਼ਨ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਪਈ ਹੈ ਜੀ। ਔਰ ਅਗਰ ਹੁਣ ਮੈਂ ਤੁਹਾਨੂੰ ਪੰਜਾਬ ਹਰਿਆਣਾ ਹਾਈ ਕੋਰਟ ਦੀ ਗੱਲ ਦੱਸਾਂ, 2018-19 ਦੇ ਵਿੱਚ ਇਹਨਾਂ ਦਾ ਪੇਪਰ WhatsApp ਤੇ ਲੀਕ ਹੋਇਆ। ਉਦੋਂ ਮੇਰੇ ਖਿਆਲ ਕੁਛ ਇਹਨਾਂ ਦਾ ਪੰਜਾਬ ਹਰਿਆਣਾ ਹਾਈ ਕੋਰਟ ਦਾ OSD ਹੁੰਦਾ ਜੋ ਰਿਕਰੂਟਮੈਂਟਸ ਦਾ, ਸ਼ਾਇਦ ਉਹਨਾਂ ਦਾ ਅਰੈਸਟ ਵਗੈਰਾ ਵੀ ਹੋਇਆ। ਉਸ ਤੋਂ ਬਾਅਦ 111 ਵੈਕੈਂਸੀਜ਼ ਹਰਿਆਣਾ ਸਟੇਟ ਦੇ ਵਿੱਚ ਨਿਕਲੀਆਂ ਤਾਂ ਇਹਨਾਂ ਨੇ 11 ਬੰਦੇ ਸਿਲੈਕਟ ਕੀਤੇ। 11 ਬੰਦੇ ਜਦੋਂ ਸਿਲੈਕਟ ਕੀਤੇ ਤਾਂ ਉਸ ਤੋਂ ਬਾਅਦ ਇੱਕ ਜਸਟਿਸ ਸੀਕਰੀ ਕਮੇਟੀ ਬੈਠੀ ਤਾਂ ਮੇਰੇ ਖਿਆਲ 30 ਜਾਂ 35 ਬੰਦੇ ਇਹਨਾਂ ਨੇ ਹੋਰ ਸਿਲੈਕਟ ਕੀਤੇ। ਕਹਿਣ ਦਾ ਭਾਵ 111 ਪੋਸਟਾਂ ਕੱਢ ਕੇ ਇਹਨਾਂ ਨੇ ਸਿਰਫ 40 ਜਾਂ 45 ਬੰਦੇ ਸਿਲੈਕਟ ਕੀਤੇ। ਔਰ ਉਸ ਤੋਂ ਬਾਅਦ ਪੰਜਾਬ ਦੇ ਵਿੱਚ 150 ਵੈਕੈਂਸੀਜ਼ ਆਈਆਂ ਤਾਂ 150 ਵੈਕੈਂਸੀਜ਼ ਉਹਨਾਂ ਨੇ ਕੱਢ ਕੇ 75 ਬੰਦੇ ਸਿਲੈਕਟ ਕੀਤੇ। ਔਰ ਜਿਹੜੀ ਲੜਕੀ ਇੰਟਰਵਿਊ ਦੀ ਟੌਪਰ ਸੀ ਉਹਦੇ 54 ਨੰਬਰ ਸੀਗੇ ਔਰ ਉਹਨੂੰ ਜੱਜਿਸ ਨੇ ਕਹਿ ਲਓ ਜਾਂ ਬੈਂਚ ਨੇ ਕਹਿ ਲਓ, ਜੋ ਵੀ ਮਤਲਬ ਇੰਟਰਵਿਊ ਪੈਨਲ ਦੇ ਮੈਂਬਰ ਹੁੰਦੇ ਨੇ, ਉਹਨਾਂ ਨੇ ਇਹ ਕਹਿ ਕੇ ਭੇਜਿਆ ਸੀਗਾ ਕਿ ਤੈਨੂੰ ਸਾਡੇ ਤੋਂ ਵੀ ਜ਼ਿਆਦਾ ਲਾਅ ਆਉਂਦਾ ਹੈ। ਤਾਂ ਅਸੀਂ ਇਹ ਕੁਐਸਚਨ ਕਰਦੇ ਹਾਂ ਕਿ ਅਗਰ ਤੁਸੀਂ ਇੰਨੇ ਮਤਲਬ ਬ੍ਰਿਲੀਅੰਟ ਉਹ ਦਿੱਤੇ ਨੇ ਤਾਂ ਤੁਸੀਂ 90 ਜਾਂ 95 ਮਾਰਕਸ ਕਿਉਂ ਨਹੀਂ ਦਿੱਤੇ ਫਿਰ ਆਊਟ ਆਫ 100? ਤੁਸੀਂ 54 ਨੰਬਰ ਕਿਉਂ ਦਿੱਤੇ ਨੇ? ਔਰ ਹੁਣ ਅਗਰ ਮੈਂ ਰੀਸੈਂਟ ਹਰਿਆਣਾ ਦੀ ਗੱਲ ਕਰਾਂ, 3 ਸਾਲ ਪਹਿਲਾਂ ਇਹਨਾਂ ਨੇ 256 ਵੈਕੈਂਸੀਜ਼ ਕੱਢੀਆਂ ਸੀ। 256 ਵੈਕੈਂਸੀਜ਼ ਕੱਢ ਕੇ ਉਹਦੇ 'ਚ ਇਹਨਾਂ ਨੇ 118 ਬੰਦੇ ਰੱਖ ਕੇ ਰਿਕਰੂਟਮੈਂਟ ਕਲੋਜ਼ ਕਰਤੀ। ਔਰ ਐਲੀਗੇਸ਼ਨਸ ਇਹ ਨੇ ਕਿ 118 ਦੇ ਵਿੱਚੋਂ ਵੀ ਕੋਈ 70 80 90 ਬੰਦਿਆਂ ਤੱਕ ਇਹਨਾਂ ਨੇ ਆਪਣੇ ਬੱਚੇ ਰੱਖੇ ਨੇ। ਉਹ ਆਪਣੇ ਬੱਚੇ ਚਾਹੇ ਇਹਨਾਂ ਦੇ ਕੋਈ ਰਿਸ਼ਤੇਦਾਰ ਹੋ ਸਕਦੇ ਨੇ ਜਾਂ ਕੋਈ ਇਹਨਾਂ ਨੇ ਪੈਸੇ ਲਏ ਨੇ, ਜੋ ਮਤਲਬ ਰੇਟ ਸੁਣਿਆ 2 ਤੋਂ 4 ਕਰੋੜ ਰੁਪਏ ਦਾ ਰੇਟ ਚੱਲਦਾ ਹੈ। ਔਰ ਇਸੇ ਤਰ੍ਹਾਂ ਹੁਣ ਅਗਰ ਮੈਂ ਪੰਜਾਬ ਦਾ ਪੇਪਰ, ਇਹਨਾਂ ਨੇ 159 ਪੋਸਟਾਂ ਕੱਢੀਆਂ ਸੀ ਜਿਹਦੇ ਵਿੱਚ ਕੋਈ 10 ਤੋਂ 15,000 ਰੁਪਏ 10 ਤੋਂ 15,000 ਬੱਚੇ ਦਾ ਪੇਪਰ ਨਹੀਂ ਸੀ ਫਿਲ ਹੋਇਆ ਔਰ ਕੋਈ 5-7 ਹਜ਼ਾਰ ਬੱਚੇ ਦਾ ਫੀਸ ਨਹੀਂ ਸੀ ਫਿਲ ਹੋਈ, ਕਿਉਂਕਿ ਇਹਨਾਂ ਦੀ PPSC ਦੀ ਵੈਬਸਾਈਟ ਦੇ ਵਿੱਚ ਟੈਕਨੀਕਲ ਗਲਿਚ ਆ ਗਿਆ ਸੀ। ਔਰ ਪਹਿਲਾਂ ਤਾਂ ਤੁਸੀਂ ਦੇਖੋ, ਅਸੀਂ ਇੱਕ ਪਟੀਸ਼ਨ ਇੱਥੇ ਫਾਈਲ ਕੀਤੀ ਕਿ ਪੇਪਰ ਨੂੰ ਰੀਨੋਟੀਫਾਈ ਕੀਤਾ ਜਾਵੇ ਜਾਂ ਪੋਸਟਪੋਨ ਕੀਤਾ ਜਾਵੇ ਕਿ ਬੱਚਿਆਂ ਦਾ ਪੇਪਰ ਨਹੀਂ ਫਿਲ ਹੋਇਆ। ਔਰ ਪਹਿਲਾਂ ਤਾਂ ਕੋਈ ਪਟੀਸ਼ਨਰ ਹੀ ਬਣਨ ਲਈ ਤਿਆਰ ਨਹੀਂ। ਹੁਣ ਤੁਸੀਂ ਲਗਾਓ ਕਿ ਪੇਪਰ 10,000 ਬੱਚੇ ਦਾ ਨਹੀਂ ਫਿਲ ਹੋਇਆ, ਪਟੀਸ਼ਨਰ ਸਿਰਫ ਸਾਨੂੰ 3 ਮਿਲੇ। ਰੀਜ਼ਨ ਬੀਇੰਗ ਮੈਂ ਤੁਹਾਨੂੰ ਦੱਸਦਾ, ਜਿਵੇਂ ਹਿਮਾਚਲ ਦੇ ਵਿੱਚ ਇੱਕ ਲੜਕਾ ਮੈਜਿਸਟ੍ਰੇਟ ਸੀ, ਉਹਨੂੰ ਮੈਂ ਫੋਨ ਕੀਤਾ, ਮੈਂ ਕਿਹਾ ਤੂੰ ਪਟੀਸ਼ਨਰ ਬਣ। ਉਹ ਕਹਿੰਦਾ ਜੀ ਮੈਨੂੰ ਤਾਂ ਇਹ ਜੱਜਿਸ ਕਹਿੰਦਾ ਨੌਕਰੀ ਤੋਂ ਸਸਪੈਂਡ ਕਰ ਦੇਣਗੇ। ਇੱਕ ਲੜਕੀ ਪਟਿਆਲੇ ਤੋਂ ਫੂਡ ਇੰਸਪੈਕਟਰ, ਉਹਨੂੰ ਮੈਂ ਕਿਹਾ ਤੂੰ ਪਟੀਸ਼ਨਰ ਬਣ ਅਗਰ ਤੇਰਾ ਪੇਪਰ ਨਹੀਂ ਫਿਲ ਹੋਇਆ। ਉਹਦੇ ਹਸਬੈਂਡ ਦਾ ਮੈਨੂੰ ਕਾਲ ਆਇਆ, ਉਹਦਾ ਹਸਬੈਂਡ ਉੱਥੇ ਐਡਵੋਕੇਟ ਹੈ ਪਟਿਆਲਾ ਡਿਸਟ੍ਰਿਕਟ ਕੋਰਟ ਦੇ ਵਿੱਚ। ਕਹਿੰਦਾ ਜੀ ਅਸੀਂ ਪਟੀਸ਼ਨਰ ਨਹੀਂ ਬਣਨਾ, ਕਹਿੰਦਾ ਵੀ ਜੱਜ ਤਾਂ ਛੱਡੋ, ਕਹਿੰਦਾ ਵੀ ਮੇਰੀ ਵਾਈਫ ਨੂੰ ਇਹ ਫੂਡ ਇੰਸਪੈਕਟਰ ਦੀ ਨੌਕਰੀ ਤੋਂ ਵੀ ਸਸਪੈਂਡ ਕਰ ਦੇਣਗੇ। ਔਰ ਚਲੋ ਅਸੀਂ 3 ਪਟੀਸ਼ਨ ਮਤਲਬ ਪਟੀਸ਼ਨਰ ਬਣਾ ਕੇ ਅਸੀਂ ਇੱਕ ਪਟੀਸ਼ਨ ਫਾਈਲ ਕੀਤੀ ਇੱਥੇ। 1.5 ਲੱਖ ਰੁਪਏ ਅਸੀਂ ਵਕੀਲ ਨੂੰ ਦਿੱਤਾ। ਪਹਿਲਾਂ ਤਾਂ 1 ਮਹੀਨਾ ਇੱਕ ਐਡਵੋਕੇਟ ਨੇ ਪਟੀਸ਼ਨ ਆਪਣੇ ਕੋਲ ਰੱਖੀ, ਉਹਨੇ 1 ਮਹੀਨਾ ਤਾਂ ਸਾਡੀ ਪਟੀਸ਼ਨ ਫਾਈਲ ਹੀ ਨਹੀਂ ਕੀਤੀ। ਮਤਲਬ 1 ਮਹੀਨੇ ਬਾਅਦ ਉਹਨੇ ਆਪਣਾ ਫੋਨ ਸਵਿਚ ਆਫ ਕਰ ਲਿਆ ਔਰ ਉਸ ਤੋਂ 5 ਦਿਨ ਬਾਅਦ ਕਹਿੰਦਾ ਜੀ ਪੇਪਰ ਤਾਂ ਇਹਨਾਂ ਨੇ 22 ਜਨਵਰੀ ਨੂੰ ਹੀ ਲੈਣਾ, ਪੇਪਰ ਪੋਸਟਪੋਨ ਨਹੀਂ ਹੋਣਾ। ਤਾਂ ਸੌਰੀ, ਮੈਂ ਪਟੀਸ਼ਨ ਫਾਈਲ ਨਹੀਂ ਕਰ ਸਕਦਾ, ਮੈਂ ਇਹਨਾਂ ਨਾਲ ਟੱਕਰ ਨਹੀਂ ਲੈ ਸਕਦਾ। ਤਾਂ ਮੈਂ ਤਾਂ ਦੇਖੋ ਇੱਥੇ ਇਹ ਵੀ ਗੱਲ ਕਹੂੰਗਾ ਕਿ ਜੋ ਐਡਵੋਕੇਟ ਇਹ ਗੱਲ ਕਹਿ ਰਿਹਾ ਹੈ ਕਿ ਮੈਂ ਇਹਨਾਂ ਨਾਲ ਟੱਕਰ ਨਹੀਂ ਲੈ ਸਕਦਾ, ਮੈਂ ਤਾਂ ਕਹਿਣਾ ਵੀ ਉਹ ਐਡਵੋਕੇਟ ਦੀ ਡੈਫੀਨੇਸ਼ਨ 'ਚ ਹੀ ਨਹੀਂ ਆਉਂਦਾ। ਐਡਵੋਕੇਟ ਦਾ ਤਾਂ ਕੰਮ ਹੀ ਜੱਜਾਂ ਨਾਲ ਟੱਕਰ ਲੈਣ ਦਾ ਹੁੰਦਾ। ਔਰ ਉਸ ਤੋਂ ਬਾਅਦ ਅਸੀਂ ਇੱਥੇ 10-15 ਜੋ ਸੀਨੀਅਰ ਕਹਿੰਦੇ ਕਹਾਉਂਦੇ ਐਡਵੋਕੇਟਸ ਨੇ, ਉਹਨਾਂ ਕੋਲੇ ਵੀ ਗਏ ਕਿ ਜੀ ਸਾਡੀ ਪਟੀਸ਼ਨ ਫਾਈਲ ਕਰੋ, ਬੱਚਿਆਂ ਦੇ ਪੇਪਰ ਨਹੀਂ ਫਿਲ ਹੋਏ। ਉਹਨਾਂ ਦਾ ਵੀ ਇਹੀ ਸੇਮ ਰਿਸਪੌਂਸ ਸੀ ਕਿ ਇਹਨਾਂ ਨਾਲ ਕੌਣ ਟੱਕਰ ਲਵੇ, ਇਹਨਾਂ ਨਾਲ ਕੌਣ ਪੰਗਾ ਲਵੇ। ਚਲੋ ਅਸੀਂ ਇੱਕ ਯੰਗ ਮੁੰਡੇ ਤੋਂ 1.5 ਲੱਖ ਰੁਪਇਆ ਦੇ ਕੇ ਪਟੀਸ਼ਨ ਫਾਈਲ ਕਰਵਾਈ, ਜੋ ਕਿ ਸਾਨੂੰ ਕੋਸਟ ਦਾ ਥ੍ਰੈਟ ਦੇ ਕੇ ਜ਼ਬਰਦਸਤੀ ਸਾਨੂੰ ਪਟੀਸ਼ਨ ਵਿਡਰਾ ਕਰਨ ਲਈ ਫੋਰਸ ਕੀਤਾ ਗਿਆ।
ਔਰ ਅਸੀਂ ਪੰਜਾਬ ਸੀਐਮ ਕੋਲ ਵੀ ਰਿਕੁਐਸਟ ਭੇਜੀ, ਪੰਜਾਬ ਫਾਈਨਾਂਸ ਮਿਨਿਸਟਰ ਕੋਲ ਵੀ ਭੇਜੀ, ਪੰਜਾਬ ਐਜੂਕੇਸ਼ਨ ਮਿਨਿਸਟਰ ਕੋਲ ਵੀ ਭੇਜੀ, ਬਾਰ ਐਸੋਸੀਏਸ਼ਨਸ ਨੂੰ ਵੀ ਅਸੀਂ ਲੈਟਰਸ ਲਿਖੀਆਂ, ਪੰਜਾਬ ਹਰਿਆਣਾ ਚੀਫ ਜਸਟਿਸ ਨੂੰ ਵੀ ਅਸੀਂ ਲੈਟਰ ਲਿਖੀ, ਪੀਪੀਐਸਸੀ ਦੇ ਚੇਅਰਪਰਸਨ ਨੂੰ ਵੀ ਲੈਟਰ ਲਿਖੀ, ਔਰ ਫਿਰ ਅਸੀਂ ਫਾਈਨਲੀ ਸੁਪਰੀਮ ਕੋਰਟ ਅਪਰੋਚ ਕੀਤਾ। 3.5 ਲੱਖ ਰੁਪਇਆ ਅਸੀਂ ਉੱਥੇ ਦਿੱਤਾ ਪਟੀਸ਼ਨ ਫਾਈਲ ਕਰਨ ਲਈ, ਬਟ ਉਹ ਐਡਵੋਕੇਟ ਨੇ ਸਾਡੀ ਪਟੀਸ਼ਨ ਫਾਈਲ ਹੀ ਨਹੀਂ ਕੀਤੀ 4 ਦਿਨ। ਔਰ ਫਰਾਈਡੇ ਜਿਸ ਦਿਨ ਲਾਸਟ ਵਰਕਿੰਗ ਡੇ ਸੀ, ਵਿਦ ਡਿਫੈਕਟ ਉਸਨੇ ਸਾਡੀ ਪਟੀਸ਼ਨ ਫਾਈਲ ਕੀਤੀ, ਔਰ ਫਾਈਲ ਕਦੋਂ ਕੀਤੀ, ਜਦੋਂ ਕਿ ਇਹ ਬੈਂਚ ਉੱਠ ਚੁੱਕਿਆ ਸੀ। ਔਰ ਉਸ ਤੋਂ ਬਾਅਦ ਵੀ ਅਸੀਂ ਦਿੱਲੀ ਦੇ ਵਿੱਚ ਸਾਰੀ ਅਥਾਰਟੀਜ਼ ਨੂੰ ਰਿਕੁਐਸਟ ਲਿਖੀ ਕਿ ਜੀ 10 ਤੋਂ 15,000 ਬੱਚੇ ਦਾ ਪੇਪਰ ਨਹੀਂ ਫਿਲ ਹੋਇਆ, ਤਾਂ ਕਾਈਂਡਲੀ ਪੇਪਰ ਨੂੰ ਪੋਸਟਪੋਨ ਕੀਤਾ ਜਾਵੇ ਜਾਂ ਰੀ-ਨੋਟੀਫਾਈ ਕੀਤਾ ਜਾਵੇ। ਅਸੀਂ ਇੱਥੋਂ ਤੱਕ ਵੀ ਰਿਕੁਐਸਟ ਕੀਤੀ ਕਿ ਜੋ ਸਟੇਟ ਦੇ ਅਰੇਂਜਮੈਂਟਸ ਦੇ ਖਰਚੇ ਨੇ ਉਹ ਵੀ ਅਸੀਂ ਪੇ ਕਰਨ ਲਈ ਤਿਆਰ ਹਾਂ, ਬਟ ਕੁਝ ਬੱਚਿਆਂ ਦਾ ਲਾਸਟ ਚਾਂਸ ਹੈ ਤਾਂ ਉਹਨਾਂ ਨੂੰ ਪੇਪਰ ਫਿਲ ਕਰਨ ਦਾ ਚਾਂਸ ਦਿੱਤਾ ਜਾਵੇ। ਬਟ ਪੇਪਰ ਇਹਨਾਂ ਨੇ ਜ਼ਬਰਦਸਤੀ 22 ਤਰੀਕ ਨੂੰ ਹੀ ਲਿਆ, ਚਲੋ ਲੈ ਲਿਆ। ਔਰ ਪੇਪਰ ਦੇ ਵਿੱਚ ਤੁਸੀਂ ਲਗਾਓ, ਹੁਣ ਸਾਡੇ ਕੋਲੇ ਜਿੱਦਾਂ ਆਨਸਰ ਆਏ ਨੇ ਮੈਂ ਤੁਹਾਨੂੰ ਦਿਖਾਊਂਗਾ। ਦਿੱਲੀ ਦੀਆਂ ਕੁਝ ਅਕੈਡਮੀਜ਼ ਨੇ ਜਿਨ੍ਹਾਂ ਨੇ ਪੇਪਰ ਜਿਸ ਦਿਨ ਹੋਇਆ ਉਸੇ ਦਿਨ ਮਤਲਬ ਕੱਟ ਆਫ ਰਿਲੀਜ਼ ਕਰਤੀ, ਐਗਜ਼ੈਕਟ ਕੱਟ ਆਫ। ਅੰਦਾਜ਼ਾ ਦੇਖੋ ਲਗਾਇਆ ਜਾ ਸਕਦਾ, ਅਸੀਂ ਵੀ ਲਗਾ ਸਕਦੇ ਹਾਂ ਕਿ 350 ਤੋਂ 400 ਨੰਬਰ ਤੱਕ ਕੱਟ ਆਫ ਜਾਏਗੀ, ਬਟ ਐਗਜ਼ੈਕਟ ਕੱਟ ਆਫ ਦੱਸਣ ਦਾ ਮਤਲਬ ਹੈ ਕਿ ਤੁਸੀਂ ਸ਼ਾਇਦ ਪੇਪਰ ਲੀਕ ਦੇ ਵਿੱਚ ਇਨਵੋਲਵਡ ਹੋਗੇ। ਔਰ ਕੁਝ ਇੱਕ ਬੱਚਾ ਸਾਨੂੰ ਰਿਜ਼ਲਟ ਦੇ ਵਿੱਚ ਮਿਲਿਆ ਜਿਹਦੀ 42 ਸਾਲ ਏਜ ਹੈ, ਜਨਰਲ ਕੈਟੇਗਰੀ ਦਾ, ਜੋ ਪੇਪਰ ਦੇ ਵਿੱਚ ਬੈਠਾ ਸੀ, ਜਦ ਕਿ ਪੰਜਾਬ ਦੇ ਵਿੱਚ ਜੋ ਮੈਕਸਿਮਮ ਏਜ ਹੈ ਉਹ 37 ਸਾਲ ਹੈ। ਔਰ ਕੁਝ 3 ਬੱਚੇ ਅਸੀਂ ਰਿਜ਼ਲਟ ਦੇ ਵਿੱਚ ਸਾਨੂੰ ਮਿਲੇ ਨੇ ਜਿਹੜੇ ਬਿਲਕੁਲ ਇਕੱਠੇ ਬੈਠੇ ਸੀ ਬੈਕ ਟੂ ਬੈਕ, ਔਰ ਉਹਨਾਂ ਦੇ ਸੇਮ ਨੰਬਰ ਨੇ। ਦੈਟ ਮੀਨਸ ਜਾਂ ਤਾਂ ਉਹਨਾਂ ਕੋਲੇ ਪੇਪਰ ਸੀ ਜਾਂ ਉਹਨਾਂ ਨੇ ਚੀਟਿੰਗ ਕੀਤੀ ਹੈ। ਔਰ ਤੁਸੀਂ ਦੇਖੋ ਪੇਪਰ ਤੋਂ 1 ਹਫ਼ਤਾ ਪਹਿਲਾਂ ਇਹਨਾਂ ਨੇ ਸੀਟਿੰਗ ਪਲਾਨ ਰਿਲੀਜ਼ ਕੀਤਾ, ਸਕੂਲਸ ਦੇ ਨਾਮ ਦੱਸੇ, ਕਾਲਜਿਸ ਦੇ ਨਾਮ ਦੱਸੇ, ਕਲਾਸ ਰੂਮ ਦਾ ਨੰਬਰ ਦੱਸਿਆ, ਬੈਂਚ ਨੰਬਰ ਤੱਕ ਇਹਨਾਂ ਨੇ ਦੱਸਿਆ। ਔਰ ਮੈਨੂੰ ਨਹੀਂ ਲੱਗਦਾ ਕਿ ਇਦਾਂ ਮੈਂ ਅੱਜ ਤੱਕ ਨਹੀਂ ਦੇਖਿਆ, ਮਤਲਬ ਇਹ ਚੀਜ਼ ਤਾਂ ਦੇਖੀ ਹੈ ਕਿ ਚਲੋ ਤੁਹਾਨੂੰ ਸਕੂਲ ਕਾਲਜ ਤਾਂ ਪਤਾ, ਬਟ ਤੁਹਾਨੂੰ ਕਲਾਸਰੂਮ ਪਤਾ ਹੋਵੇ, ਤੁਹਾਨੂੰ ਆਪਣਾ ਬੈਂਚ ਨੰਬਰ ਤੱਕ ਪਤਾ ਹੋਵੇ। ਦੈਟ ਮੀਨਸ ਤੁਸੀਂ ਬੱਚਿਆਂ ਨੂੰ ਇਨਵਾਈਟ ਕਰ ਰਹੇ ਹੋ ਕਿ ਜੀ ਇਹ ਤੁਹਾਡਾ ਸਕੂਲ ਹੈ, ਇਹ ਤੁਹਾਡੀ ਕਲਾਸ ਹੈ, ਇਹ ਤੁਹਾਡਾ ਬੈਂਚ ਹੈ, ਤੁਸੀਂ ਜਾ ਕੇ ਉੱਥੇ ਆਪਣਾ ਮੋਬਾਈਲ ਵਗੈਰਾ, ਆਪਣੀਆਂ ਬੁੱਕਸ ਵਗੈਰਾ ਜਾ ਕੇ ਰੱਖਿਆ ਹੋ। ਔਰ ਅਗਰ ਮੈਂ ਤੁਹਾਨੂੰ ਪੰਜਾਬ ਹਰਿਆਣਾ ਹਾਈ ਕੋਰਟ ਦੀ ਕਲੈਰੀਕਲ ਰਿਕਰੂਟਮੈਂਟ ਦੀ ਗੱਲ ਕਰਾਂ, ਸਾਡੇ ਗਾਰਡ ਦੀ ਬੇਟੀ ਹੈ, ਉਹਨੇ ਜੋ ਆਪਣੀ ਪੰਜਾਬੀ ਹੈ ਉਹ ਪੋਸਟ ਮੈਟ੍ਰਿਕ ਕੀਤੀ ਹੈ। ਔਰ ਇਹਨਾਂ ਨੇ ਆਪਣੇ ਇੱਕ FAQs ਰਿਲੀਜ਼ ਕੀਤੇ ਕਿ ਜਿਹੜੇ ਬੱਚਿਆਂ ਨੇ ਪੰਜਾਬੀ ਪੋਸਟ ਮੈਟ੍ਰਿਕ ਕੀਤੀ ਹੈ ਉਹਨਾਂ ਨੂੰ ਅਸੀਂ ਪੇਪਰ ਦੇ ਵਿੱਚ ਨਹੀਂ ਬਿਠਾਣਾ। ਔਰ ਉਸ ਲੜਕੀ ਨੂੰ 1 ਦਿਨ ਪਹਿਲਾਂ ਫੋਨ ਕੀਤਾ ਗਿਆ ਕਿ ਤੁਸੀਂ ਪੇਪਰ ਦੇ ਵਿੱਚ ਨਹੀਂ ਬੈਠਣਾ, ਤੁਸੀਂ ਨਹੀਂ ਆਣਾ। ਔਰ ਮੈਂ ਆਪਣੀ ਲਾਈਫ ਦੇ ਵਿੱਚ ਅੱਜ ਤੱਕ ਇਦਾਂ ਦਾ ਕਦੇ ਕੋਈ ਮੈਂ ਸਰਵਿਸ ਰੂਲ ਨਹੀਂ ਦੇਖਿਆ ਕਿ ਜੋ ਇਹ ਕਹਿੰਦਾ ਹੋਵੇ ਕਿ ਅਗਰ ਤੁਸੀਂ ਪੰਜਾਬੀ ਪੋਸਟ ਮੈਟ੍ਰਿਕ ਕੀਤੀ ਹੈ ਤਾਂ ਤੁਸੀਂ ਪੇਪਰ ਦੇ ਵਿੱਚ ਨਹੀਂ ਬੈਠ ਸਕਦੇ। ਔਰ ਅਗਰ ਮੈਂ ਡਰਾਈਵਰਸ ਦੀ ਗੱਲ ਕਰਾਂ, ਡਰਾਈਵਰਸ ਦੀ ਇਹਨਾਂ ਨੇ ਰਿਕਰੂਟਮੈਂਟ ਕੀਤੀ ਹੈ ਪੰਜਾਬ ਹਰਿਆਣਾ ਹਾਈ ਕੋਰਟ ਨੇ। 22 ਡਰਾਈਵਰ ਮੇਰੇ ਖਿਆਲ ਇਹਨਾਂ ਨੇ ਰੱਖੇ ਨੇ, ਔਰ 18 ਡਰਾਈਵਰ ਜੋ ਸੁਣਨ ਚਾਹੁੰਦਾ ਇਹਨਾਂ ਨੇ ਮੱਧ ਪ੍ਰਦੇਸ਼ ਤੋਂ ਬੁਲਾਏ ਨੇ। ਕਹਿਣ ਦਾ ਭਾਵ ਹਰ ਸਟੇਟ ਦੇ ਵਿੱਚ ਹੀ। ਹੁਣ ਅਗਰ ਮੈਂ ਗੁਜਰਾਤ ਦੀ ਗੱਲ ਕਰਾਂ, ਦੇਖੋ ਗੁਜਰਾਤ ਦੇ ਵਿੱਚ 2-3 ਸਾਲ ਪਹਿਲਾਂ ਮੇਰੇ ਖਿਆਲ 240 ਵੈਕੈਂਸੀਜ਼ ਨਿਕਲੀਆਂ, ਔਰ ਇਹਨਾਂ ਨੇ 39 ਬੰਦੇ ਰੱਖ ਕੇ ਰਿਕਰੂਟਮੈਂਟ ਜਿਹੜੀ ਆ ਉਹ ਕਲੋਜ਼ ਕਰਤੀ। ਤਾਂ ਅਗਰ ਤੁਸੀਂ ਗੁਜਰਾਤ ਦੇ ਵਿੱਚ ਜਾਂਦੇ ਹੋ, ਗੁਜਰਾਤ ਸਟੇਟ ਕੋਲੇ 240 ਕੋਰਟਸ ਦਾ ਇਨਫਰਾਸਟ੍ਰਕਚਰ ਨਹੀਂ ਹੈ, ਔਰ ਗੁਜਰਾਤ ਜੁਡੀਸ਼ੀਅਲ ਅਕੈਡਮੀ ਕੋਲੇ 240 ਮਤਲਬ ਸੀਟਾਂ ਨਹੀਂ ਹੈ ਜੁਡੀਸ਼ੀਅਲ ਆਫੀਸਰਸ ਨੂੰ ਟ੍ਰੇਨ ਕਰਨ ਦੀਆਂ। ਉਹੀ ਹਰਿਆਣਾ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਵੀ 256 ਵੈਕੈਂਸੀਜ਼ ਨਿਕਲੀਆਂ ਨੇ, ਔਰ 256 ਕੋਰਟਾਂ ਦਾ ਇਨਫਰਾਸਟ੍ਰਕਚਰ ਨਹੀਂ ਹੈ ਹਰਿਆਣਾ ਕੋਲੇ, ਔਰ ਨਾ ਹੀ ਇੱਥੇ ਜੁਡੀਸ਼ੀਅਲ ਅਕੈਡਮੀ ਦੇ ਵਿੱਚ 256 ਜਿਹੜੀਆਂ ਹੈਗੀਆਂ ਸੀਟਾਂ ਨੇ। ਤਾਂ ਕਹਿਣ ਦਾ ਭਾਵ ਅਗਰ ਹੁਣ ਮੈਂ ਤੁਹਾਨੂੰ ਥੋੜਾ ਹੋਰ ਪਿੱਛੇ ਲੈ ਕੇ ਚੱਲਾਂ, 1988 ਦੇ ਵਿੱਚ ਮੇਰੇ ਮਾਮਾ ਜੀ ਮੈਜਿਸਟ੍ਰੇਟ ਸਿਲੈਕਟ ਹੋਏ ਸੀ, 32 ਪੋਸਟਾਂ ਨਿਕਲੀਆਂ ਸੀ, 8 ਬੰਦੇ ਇਹਨਾਂ ਨੇ ਰੱਖੇ। ਮਤਲਬ ਤੁਸੀਂ ਜਿੰਨਾ ਮਰਜ਼ੀ ਪਿੱਛੇ ਚਲੇ ਜਾਓ, ਤੁਸੀਂ 50 ਸਾਲ ਵੀ ਪਿੱਛੇ ਜਾਓਗੇ ਤਾਂ ਇਹਨਾਂ ਦਾ ਜੋ ਸਿਸਟਮ ਹੈ ਉਹ ਇਹੀ ਚੱਲ ਰਿਹਾ ਹੈਗਾ ਕਿ ਆਪਾਂ 100 ਪੋਸਟਾਂ ਕੱਢੋ, ਜਨਤਾ ਨੂੰ ਖੁਸ਼ ਰੱਖੋ, ਬੱਚਿਆਂ ਨੂੰ ਖੁਸ਼ ਰੱਖੋ। ਬੱਚੇ ਆਪਾਂ ਉਹੀ ਆਪਣੇ 10 ਰੱਖਣੇ ਨੇ, ਉਹਦੇ 'ਚੋਂ ਵੀ ਆਪਾਂ 8 ਬੱਚੇ ਆਪਣੇ ਰੱਖਣੇ ਨੇ। ਔਰ ਤੁਸੀਂ ਦੇਖੋ ਜਿਵੇਂ ਹੁਣ ਮੇਰੀ ਸਿਸਟਰ ਹੈ ਪਟਿਆਲਾ ਤੋਂ, ਪਹਿਲਾਂ ਉਹ ਆਪਣੇ ਲਾਅ ਦੇ ਵਿੱਚੋਂ 골ਡ ਮੈਡਲਿਸਟ ਹੈ, ਰਾਜੀਵ ਗਾਂਧੀ ਤੋਂ ਉਹਨੇ ਲਾਅ ਕੀਤਾ ਹੈ। 6 ਜਾਂ 7 ਮੇਨਸ ਉਹ ਵੱਖਰੀਆਂ ਸਟੇਟਾਂ ਦੇ ਕਲੀਅਰ ਕਰ ਚੁੱਕੀ ਹੈ। ਔਰ ਰੀਸੈਂਟ ਹੁਣ ਉਹਦਾ ਦਿੱਲੀ ਇੰਟਰਵਿਊ ਹੋਇਆ ਸੀ। ਪਹਿਲਾਂ ਤਾਂ ਦਿੱਲੀ ਦੇ ਵਿੱਚ ਵੀ ਇਹ ਐਲੀਗੇਸ਼ਨਸ ਨੇ ਕਿ ਇਹਨਾਂ ਨੇ ਮੇਨਸ ਦੇ ਵਿੱਚ ਬੱਚਿਆਂ ਨੂੰ ਘੱਟ ਮਾਰਕਸ ਦਿੱਤੇ ਨੇ, ਆਪਣੇ ਬੱਚਿਆਂ ਨੂੰ ਜਾਂ ਪੈਸੇ ਲੈ ਕੇ ਜ਼ਿਆਦਾ ਮਾਰਕਸ ਦਿੱਤੇ ਨੇ। ਔਰ
ਇੰਟਰਵਿਊ ਦੇ ਵਿੱਚ ਉਹਨੂੰ 3 ਸਵਾਲ ਪੁੱਛੇ ਗਏ ਕਿ ਤੁਸੀਂ, ਤੁਹਾਡਾ ਨਾਮ ਕੀ ਹੈ, ਤੁਹਾਡੇ ਪੇਰੈਂਟਸ ਕੀ ਕਰਦੇ ਨੇ, ਔਰ ਤੁਸੀਂ ਪੰਜਾਬ ਤੋਂ ਦਿੱਲੀ ਇੰਟਰਵਿਊ ਦੇਣ ਲਈ ਕਿਉਂ ਆਏ ਹੋ। ਤਾਂ ਅਸੀਂ ਤਾਂ ਦੇਖੋ ਕਹਿ ਰਹੇ ਹਾਂ ਕਿ ਜਦ ਆਪਾਂ ਪੇਪਰ ਦੇ ਸਕਦੇ ਹਾਂ ਤਾਂ ਆਪਾਂ ਇੰਟਰਵਿਊ ਵੀ ਦੇ ਸਕਦੇ ਹਾਂ। ਆਪਣੀਆਂ ਸਾਰੀਆਂ ਸਟੇਟਸ ਇੱਕ ਨੇ, ਆਪਣਾ ਕਨਸਟੀਟਿਊਸ਼ਨ ਇੱਕ ਹੈ, ਆਪਣਾ ਦੇਸ਼ ਇੱਕ ਹੈ, ਆਪਣਾ ਕਨਸਟੀਟਿਊਸ਼ਨ ਇੱਕ ਯੂਨਿਟਰੀ ਸਟਰਕਚਰ ਦੀ ਗੱਲ ਕਰਦਾ ਹੈ, ਨਾ ਹੀ ਕੋਈ ਫੈਡਰਲ ਸਟਰਕਚਰ ਦੀ ਗੱਲ ਕਰਦਾ ਹੈ। ਔਰ ਇਹ ਸਾਰੀਆਂ ਸਟੇਟਸ ਦੇ ਵਿੱਚ ਇਦਾਂ ਹੀ ਚੱਲ ਰਿਹਾ। ਅਗਰ ਤੁਸੀਂ ਪੰਜਾਬ ਤੋਂ ਹਿਮਾਚਲ ਚਲੇ ਜਾਓ, ਹਿਮਾਚਲ ਦੇ ਵਿੱਚ ਵੀ ਹਿਮਾਚਲ ਦੇ ਬੱਚਿਆਂ ਨੂੰ ਹੀ ਪ੍ਰੈਫਰੈਂਸ ਦਿੱਤੀ ਜਾਂਦੀ ਹੈ। ਤੁਸੀਂ ਰਾਜਸਥਾਨ ਚਲੇ ਜਾਓ, ਰਾਜਸਥਾਨ ਵਾਲੇ ਵੀ ਆਪਣੇ ਬੱਚਿਆਂ ਨੂੰ ਪ੍ਰੈਫਰੈਂਸ ਦਿੰਦੇ ਨੇ। ਆਪਣੀ ਸਟੇਟ ਦੇ ਬੱਚਿਆਂ ਨੂੰ ਜ਼ਿਆਦਾ ਮਾਰਕਸ ਦਿੱਤੇ ਜਾਂਦੇ ਨੇ। ਦੂਜੀਆਂ ਸਟੇਟਸ ਦੇ ਬੱਚਿਆਂ ਨੂੰ ਇਦਾਂ ਦੇ ਕੁਐਸਚਨ ਪੁੱਛੇ ਜਾਂਦੇ ਨੇ ਕਿ ਤੁਸੀਂ ਦੂਜੀ ਸਟੇਟ ਤੋਂ ਕਿਉਂ ਆਏ ਹੋ। ਹੁਣ ਤੁਸੀਂ ਬਿਹਾਰ ਚਲੇ ਜਾਓ, ਬਿਹਾਰ ਦੇ ਵਿੱਚ ਤਾਂ 100 ਕੁਐਸਚਨ ਜਿੱਦਾਂ ਆਉਂਦੇ ਨੇ ਪੇਪਰ ਦੇ ਵਿੱਚ, ਕਦੇ ਇਹਨਾਂ ਦੇ 40 ਕੁਐਸਚਨ ਗਲਤ ਹੋ ਜਾਂਦੇ ਨੇ, ਕਦੇ 50 ਕੁਐਸਚਨ ਗਲਤ ਹੋ ਜਾਂਦੇ ਨੇ। ਤਾਂ ਮੈਂ ਤਾਂ ਕਹਿ ਰਿਹਾ ਕਿ ਅਗਰ ਤੁਸੀਂ ਇੱਕ ਜੁਡੀਸ਼ੀਅਲ ਐਗਜ਼ਾਮ ਦੇ ਇੱਕ 100 ਕੁਐਸਚਨ ਤੁਸੀਂ ਠੀਕ ਨਹੀਂ ਬਣਾ ਸਕਦੇ ਤਾਂ ਤੁਹਾਨੂੰ ਇਹ ਰਿਕਰੂਟਮੈਂਟਸ ਬੰਦ ਕਰ ਦੇਣੀਆਂ ਚਾਹੀਦੀਆਂ ਨੇ। ਔਰ ਜਦੋਂ ਤੁਸੀਂ ਸਾਨੂੰ ਹੀ ਐਂਟਰਟੇਨ ਨਹੀਂ ਕਰ ਰਹੇ, ਤੁਸੀਂ ਹੋਣ ਵਾਲੇ ਜੱਜਿਸ ਨੂੰ ਐਂਟਰਟੇਨ ਨਹੀਂ ਕਰ ਰਹੇ, ਜਾਂ ਮਤਲਬ ਵਕੀਲਾਂ ਨੂੰ ਐਂਟਰਟੇਨ ਨਹੀਂ ਕਰ ਰਹੇ, ਜੁਡੀਸ਼ੀਅਲ ਐਸਪੀਰੈਂਟਸ ਨੂੰ ਐਂਟਰਟੇਨ ਨਹੀਂ ਕਰ ਰਹੇ, ਤਾਂ ਤੁਸੀਂ ਇੱਕ ਆਮ ਬੰਦੇ ਨੂੰ ਕੀ ਐਂਟਰਟੇਨ ਕਰਦੇ ਹੋਵੋਗੇ। ਔਰ ਦਿੱਲੀ ਦੇ ਵਿੱਚ ਸਾਡੇ ਲਾਅ ਮਿਨਿਸਟਰ ਵੀ ਇਹੀ ਗੱਲ ਕਹਿ ਰਹੇ ਨੇ ਕਿ ਦਿੱਲੀ ਦੇ ਵਿੱਚ ਉਹਨਾਂ ਰੀਸੈਂਟ ਕਪਿਲ ਸਿੱਬਲ ਦਾ ਵੀ ਇਹੀ ਬਿਆਨ ਆਇਆ ਕਿ देयर इज नो होप लेफ्ट इन सुप्रीम कोर्ट। ਔਰ ਜਿੰਨੇ ਮੇਰੇ ਖਿਆਲ ਦਿੱਲੀ ਦੇ ਵਿੱਚ ਜਿੰਨੇ ਵੀ ਸੀਨੀਅਰ ਐਡਵੋਕੇਟ ਨੇ ਸਾਰਿਆਂ ਦਾ ਇਹੀ ਬਿਆਨ ਆ ਰਿਹਾ, ਲਾਅ ਮਿਨਿਸਟਰ ਦਾ ਵੀ ਇਹੀ ਆ ਰਿਹਾ ਹੈਗਾ। ਤਾਂ ਮੈਂ ਤਾਂ ਦੇਖੋ ਤੁਹਾਡੇ ਮੀਡੀਆ ਦੇ ਰਾਹੀਂ, ਜਨਤਾ ਦੇ ਰਾਹੀਂ, ਮੈਂ ਦਿੱਲੀ ਦੇ ਵਿੱਚ ਬੈਠੀਆਂ ਸਰਕਾਰਾਂ ਨੂੰ, ਸਾਡੇ ਚੀਫ ਜਸਟਿਸ ਨੂੰ ਮੈਂ ਇਹੀ ਕੁਐਸਚਨ ਕਰਨਾ ਚਾਹੂੰਗਾ ਕਿ ਸਾਡੀ ਸੁਣਵਾਈ ਕਿਉਂ ਨਹੀਂ ਕੀਤੀ ਜਾ ਰਹੀ। ਮਤਲਬ ਅਸੀਂ ਕੀ ਕੋਈ ਗੁਨਾਹਗਾਰ ਹਾਂ, ਅਸੀਂ ਕੋਈ ਜੁਰਮ ਕਰਤਾ ਵੀ ਸਾਡੀਆਂ ਪਟੀਸ਼ਨਸ ਨੂੰ ਤੁਸੀਂ ਕਿਉਂ ਨਹੀਂ ਸੁਣ ਰਹੇ। ਹੁਣ ਮੈਂ ਤੁਹਾਨੂੰ ਅਗਰ ਹਰਿਆਣਾ ਦੀ ਗੱਲ ਦੱਸਾਂ, 4 ਪਟੀਸ਼ਨਸ ਅਸੀਂ ਸੁਪਰੀਮ ਕੋਰਟ ਦੇ ਸੀਨੀਅਰ ਮੋਸਟ ਐਡਵੋਕੇਟਸ ਦੇ ਨਾਲ 10-10 ਲੱਖ ਰੁਪਇਆ ਦੇ ਕੇ 4 ਪਟੀਸ਼ਨਸ ਅਸੀਂ ਸੁਪਰੀਮ ਕੋਰਟ ਦੇ ਵਿੱਚ ਫਾਈਲ ਕੀਤੀਆਂ। ਚਾਰੋਂ ਪਟੀਸ਼ਨ ਸਾਡੀਆਂ 5-5 ਸੈਕਿੰਡ ਦੇ ਵਿੱਚ ਡਿਸਮਿਸ ਹੋ ਗਈਆਂ। 4 ਪਟੀਸ਼ਨਸ ਅਸੀਂ ਹਾਈ ਕੋਰਟ ਫਾਈਲ ਕੀਤੀਆਂ, ਚਾਰਾਂ ਦੀ ਚੱਕ ਇਹਨਾਂ ਨੇ 1 ਸਾਲ ਦੀ ਫਸਟ ਨੋਟਿਸ ਆਫ ਮੋਸ਼ਨ ਦੀ ਡੇਟ ਪਾਤੀ। ਤਾਂ ਮਤਲਬ ਸਾਨੂੰ ਤਾਂ ਇਹੀ ਨਹੀਂ ਸਮਝ ਆ ਰਿਹਾ ਕਿ ਅਗਰ ਕੋਰਟਸ ਹੀ ਨਹੀਂ ਸਾਨੂੰ ਐਂਟਰਟੇਨ ਕਰ ਰਹੀਆਂ ਤਾਂ ਅਸੀਂ ਕਿੱਥੇ ਜਾਈਏ। ਇੱਕ ਵਾਰੀ ਤੁਸੀਂ ਆਪਣੇ ਬਾਰੇ ਦੱਸ ਦਿਓ, ਤੁਸੀਂ ਕਿਹੜੀ ਸਟੇਟ ਤੋਂ ਪੇਪਰ ਦਿੱਤਾ ਸੀਗਾ? ਬੈਕਗ੍ਰਾਉਂਡ ਕੀ ਹੈ? ਮੈਂ ਦੇਖੋ ਜੀ ਬਿਲੋਂਗ ਪੰਜਾਬ ਤੋਂ ਕਰਦਾ, ਬਟ ਫॉर द ਲਾਸਟ 15 ਇਅਰਸ ਮੈਂ ਰਿਹਾ ਚੰਡੀਗੜ੍ਹ ਦੇ ਵਿੱਚ ਹੀ ਰਿਹਾ। ਔਰ ਮੈਂ ਹੁਣ 3 ਸਾਲ ਪਹਿਲਾਂ ਮੈਂ ਹਰਿਆਣਾ ਦਾ ਪੇਪਰ ਭਰਿਆ ਸੀ। ਪਹਿਲਾਂ ਤਾਂ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਕਿ ਸੁਪਰੀਮ ਕੋਰਟ ਦੀ ਗਾਈਡਲਾਈਨ ਦੇ ਮੁਤਾਬਿਕ ਤੁਸੀਂ ਹਰ ਰਿਕਰੂਟਮੈਂਟ 9 ਮਹੀਨਿਆਂ ਦੇ ਵਿੱਚ ਪੂਰੀ ਕਰਨੀ ਹੈ। ਤਾਂ ਇਹ 3 ਸਾਲ, 3.5 ਸਾਲ, 4 ਸਾਲ, ਹੁਣ ਤੁਸੀਂ ਦੇਖੋ ਹਰਿਆਣਾ ਦੀ ਰਿਕਰੂਟਮੈਂਟ ਨੂੰ ਚੱਲਦੇ 3.5 ਸਾਲ ਹੋ ਚੁੱਕੇ ਨੇ ਔਰ ਹਲੇ ਵੀ ਇਹਨਾਂ ਦੀ ਰਿਕਰੂਟਮੈਂਟ ਹੈ ਜਿਹੜੀ ਪੂਰੀ ਨਹੀਂ ਹੋਈ। ਤਾਂ ਹੁਣ ਤੁਸੀਂ ਮੇਰੀ ਗੱਲ ਪੁੱਛੀ ਹੈ, ਮੈਂ ਹਰਿਆਣਾ ਦਾ ਪੇਪਰ ਦਿੱਤਾ ਸੀ। ਮੈਨੂੰ ਮੇਨਸ ਕੁਆਲੀਫਾਈ ਕਰਨ ਲਈ 450 ਨੰਬਰ ਚਾਹੀਦੇ ਸੀ ਔਰ ਮੈਂ ਐਕਸਪੈਕਟ ਕੀਤਾ ਸੀ ਕਿ ਮੇਰੇ 550 ਸਵਾ 500 ਨੰਬਰ ਆਣਗੇ, ਬਟ ਮੇਰੇ ਨੰਬਰ ਆਏ 440.5। ਜਦੋਂ ਅਸੀਂ ਆਨਸਰ ਸ਼ੀਟਾਂ ਮੰਗੀਆਂ ਤਾਂ ਹੁਣ ਅਗਰ ਤੁਸੀਂ RTI ਐਕਟ ਦੇਖਦੇ ਹੋ, RTI ਐਕਟ ਦੇ ਵਿੱਚ 30 ਦਿਨ ਜਾਂ 60 ਦਿਨ, ਮੈਕਸਿਮਮ 90 ਦਿਨ ਦੇ ਵਿੱਚ ਆਨਸਰ ਸ਼ੀਟਾਂ ਦੇਣ ਲਈ ਕੋਰਟਸ ਬਾਉਂਡ ਨੇ, ਬਟ ਇਹਨਾਂ ਨੇ 120 ਦਿਨ 150 ਦਿਨ ਤੱਕ ਮਤਲਬ ਬੱਚਿਆਂ ਦੀਆਂ ਆਨਸਰ ਸ਼ੀਟਾਂ ਦੱਬਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਅਗਲੀ ਰਿਕਰੂਟਮੈਂਟ ਕੱਢ ਕੇ ਮਤਲਬ ਇਹ ਗ੍ਰੀਵੈਂਸਿਸ ਬੱਚਿਆਂ ਦੇ ਇੱਥੇ ਹੀ ਦੱਬ ਦਾਂਗੇ। ਬਟ ਚਲੋ ਫਾਈਨਲੀ ਸਾਨੂੰ ਆਨਸਰ ਸ਼ੀਟਸ ਮਿਲੀਆਂ ਤਾਂ ਮੈਂ ਤੁਹਾਨੂੰ ਦੇ ਕੇ ਵੀ ਜਾਊਂਗਾ, ਦਿਖਾ ਕੇ ਵੀ ਜਾਊਂਗਾ ਕਿ ਜੋ ਠੀਕ ਕੁਐਸਚਨ ਨੇ, ਚਾਹੇ ਉਹ ਇੰਗਲਿਸ਼ ਦੇ ਨੇ, ਚਾਹੇ ਲਾਅ ਦੇ ਨੇ, ਅਗਰ ਤੁਸੀਂ ਉਹਨੂੰ ਚਾਹੇ ਵਰਡ ਵੈਬ ਨਾਲ ਕੰਪੇਅਰ ਕਰੋ, ਆਕਸਫੋਰਡ ਨਾਲ ਕੰਪੇਅਰ ਕਰੋ, ਗੂਗਲ ਨਾਲ, ਮਤਲਬ ਗੂਗਲ ਦੇ ਵਿੱਚ ਤੁਸੀਂ ਸਰਚ ਕਰੋ, फालतू ਇਹਨਾਂ ने कांटे मार रखे ने। नमस्कार, मैं विक्रांत। तो आप देख रहे हैं अपना लोकप्रिय टीवी चैनल अनमोल खबरें। अगर आप हैं खबरदार तो अपराध नहीं होगा बार बार। अनमोल खबरें भी बनेगी आपकी मददगार। तो 2 गज की दूरी तो तभी हारेगा कोरोना। तो देखते रहें DM सिंह के साथ अनमोल खबरें।